ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਕੋਈ ਗਾਵੈ ਕੋ ਸੁਣੈ ਕੋਈ ਕਰੈ ਵਿਚਾਰ। ਕੋ ਉਪਦੇਸ਼ੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਾਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤ੍ਰਿਣੰ ਤਾ ਮੇਰੰ ਸਹਿਕੰ ਤਾ ਹਰਿਯੰ ਬੂਢੰ ਤਾ ਤਰਿਯੰ ਊਣੰ ਤਾ ਭਰਿਯੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਇਆਰੰ। ਤ੍ਰਿਣੰ ਤਾ ਮੇਰੰ ਸਹਿਕੰ ਤਾ ਹਰਿਯੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਦ ਤੋਂ ਸੰਸਾਰ ਦੀ ਸਿਰਜਣਾ ਕੀਤੀ ਉਸ ਸਮੇਂ ਤੋਂ ਕੁਝ ਐਸੇ ਕਾਨੂੰਨ ਬਣਾ ਦਿੱਤੇ ਰਾਣਾ ਰਾਉ ਨ ਕੋ ਰਹਿ
ਰੰਗ ਨਾ ਤੁੰਗ ਫਕੀਰ, ਵਾਰੀ ਆਪੂ ਆਪਣੀ, ਕੋਈ ਨਾ ਬੰਧੈ ਧੀਰ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਉਸ ਨਿਯਮ ਦੇ ਮੁਤਾਬਕ ਜੋ ਵੀ ਜੀਵ ਸੰਸਾਰ ਵਿੱਚ ਆਇਆ, ਉਸ ਨੂੰ ਇਸ ਸੰਸਾਰ ਤੋਂ ਅਵਸ਼ ਜਾਣਾ ਹੀ ਪੈਂਦਾ ਹੈ। ਜਦੋਂ ਜੀਵ ਇਸ ਦੁਨੀਆ ਤੋਂ ਪਰਲੋਕ ਨੂੰ ਸੁਧਾਰਦਾ ਹੈ, ਉਹਦੀ ਆਤਮਿਕ ਸ਼ਾਂਤੀ ਲਈ ਇਹ ਇੱਕ ਮਰਜ਼ਾਦਾ ਬਣੀ ਹੋਈ ਹੈ। ਉਹਦੇ ਨਿਮਿਤ ਉਹਦੀ ਯਾਦ ਵਿੱਚ ਧੁਰ ਕੀ ਬਾਣੀ ਦੇ ਸਹਿਜ ਪਾਠ ਜਾਂ ਅਖੰਡ ਪਾਠ ਰੱਖੇ ਜਾਂਦੇ ਹਨ। ਉਸ ਦੇ ਨਾਲ ਨਾਲ ਗੁਰਬਾਣੀ ਦਾ ਕੀਰਤਨ ਤੇ ਗੁਰਬਾਣੀ ਦੀ ਕਥਾ ਵਿਚਾਰ ਇਹ ਵੀ ਕਰਨੀ ਜ਼ਰੂਰੀ ਹੋ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਤ ਬਾਣੀ ਦੇ ਅੰਦਰ ਸਾਨੂੰ ਇਹੀ ਆਦੇਸ਼ ਦਿੱਤਾ ਹੈ, ਜਦੋਂ ਸਾਡਾ ਅੰਤ ਦਾ ਸਮਾਂ ਆਵੇ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਨਿਰਵਾਣ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ। ਬਾਣ ਦੁੱਖ ਨੂੰ ਕਹਿੰਦੇ ਨੇ, ਦੁੱਖਾਂ ਤੋਂ ਰਹਿਤ ਆਨੰਦ ਸਰੂਪ ਵਾਹਿਗੁਰੂ ਹੈ, ਉਹਦਾ ਜਸ ਕਰਨਾ। ਇਹ ਵੀ ਸਤਿਗੁਰੂ ਦਾ ਹੁਕਮ ਹੈ। ਦੁਨੀਆ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਵਾਹੋ ਮੇਰੀ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪ੍ਰਵਾਹੋ। ਦੂਸਰਾ ਹੁਕਮ ਕੀ ਸੀ? ਇੱਕ ਤੇ ਹੋ ਗਿਆ ਨਾ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਅਗਲੀ ਪੰਕਤੀ ਵਿੱਚ ਹਾਜ਼ੂਰ ਫਰਮਾਉਂਦੇ ਹਨ, ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਕੇਸੋ ਗੋਪਾਲ ਪੰਡਤ ਸੱਦਿਓ, ਇਹਦੇ ਬਾਰੇ ਵਿਦਵਾਨਾਂ ਦੇ ਮਤਭੇਦ ਨੇ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪ੍ਰਾਚੀਨ ਵਿਦਵਾਨ ਇਹਦਾ ਅਰਥ ਇਹ ਕਰਦੇ ਸਨ, ਕੇਸੋ ਗੋਪਾਲ ਇੱਕ ਪੰਡਤ ਦਾ ਨਾਮ ਸੀ, ਜੋ ਭੱਲਿਆਂ ਦੀ ਕੁਲ ਦਾ ਪੁਰੋਹਵਤ ਵੀ ਸੀ। ਉਹਦੇ ਲਈ ਇਸ਼ਾਰਾ ਕੀਤਾ ਹੈ। ਪਰ ਮੈਂ ਬੇਨਤੀ ਕਰਾਂ, ਜਿਹੜਾ ਕੇਸੋ ਗੋਪਾਲ ਪੰਡਤ ਇਹ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਅਰਥ ਹਨ, ਜੇ ਉਸ ਨੂੰ ਕਥਾ ਲਈ ਗੁਰੂ ਮਹਾਰਾਜ ਨੇ ਆਗਿਆ ਵੀ ਕਰ ਦਿੱਤੀ, ਉਹ ਗੁਰੂ ਦਾ ਸਿੱਖ ਹੋਵੇਗਾ, ਉਸਨੇ ਗੁਰਸਿੱਖੀ ਜ਼ਰੂਰ ਧਾਰਨ ਕੀਤੀ ਹੋਵੇਗੀ। ਇਹ ਗੱਲ ਸਾਨੂੰ ਚੰਗੀ ਤਰ੍ਹਾਂ ਮਨ ਦੇ ਵਿੱਚ ਵਸਾ ਲੈਣੀ ਚਾਹੀਦੀ ਹੈ, ਕਿਉਂਕਿ ਅੱਜ ਇੱਕ ਇਹ ਵੀ ਵਿਚਾਰਧਾਰਾ ਪ੍ਰਚਲਿਤ ਹੋ ਚੁੱਕੀ ਹੈ ਬਈ ਕੇਸੋ ਗੋਪਾਲ ਨਾਂ ਦਾ ਕੋਈ ਪੰਡਤ ਹੋਇਆ ਹੀ ਨਹੀਂ। ਪਰ ਹੁਣ ਜਦੋਂ ਆਪਾਂ ਇਸ ਪੰਕਤੀ ਨੂੰ ਧਿਆਨ ਦੇ ਨਾਲ ਪੜ੍ਹਦੇ ਹਾਂ, ਕੇਸੋ ਗੋਪਾਲ ਪੰਡਤ ਨਾਲ ਸ਼ਬਦ ਲਿਖਿਆ ਹੋਇਆ, ਇਹਨੂੰ ਆਪਾਂ ਝੁਠਲਾ ਨਹੀਂ ਸਕਦੇ। ਕੇਸੋ ਗੋਪਾਲ ਪੰਡਤ ਨੂੰ ਸੱਦਿਓ ਤੇ ਉਹਨੂੰ ਇਹ ਕਹਿਣਾ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਗਰੜ ਪੁਰਾਣ ਦੀ ਥਾਂ ਹਰ ਹਰ ਕਥਾ ਨੂੰ ਪੜ੍ਹੇ, ਭਾਵ ਧੁਰ ਕੀ ਬਾਣੀ ਇਹਦਾ ਪਾਠ ਕਰੇ ਤੇ ਇਹਦੀ ਕਥਾ ਕਰੇ ਤੇ ਇਹਦਾ ਕੀਰਤਨ ਹੋਵੇ। ਇਹ ਸਤਿਗੁਰੂ ਨੇ ਹੁਕਮ ਕੀਤਾ। ਦੂਸਰਾ, ਜਿਹੜੇ ਨਵੇਂ ਵਿਦਵਾਨ ਨੇ, ਜਿਹੜੇ ਕੇਸੋ ਗੋਪਾਲ ਪੰਡਤ ਦੇ ਨਾਮ ਤੇ ਹੀ ਜਿਹੜੇ ਘਿਰਣਾ ਕਰਦੇ ਹਨ, ਉਹਨਾਂ ਨੇ ਫਿਰ ਇਹ ਅਰਥ ਕੀਤਾ ਕੇਸੋ ਪਰਮੇਸ਼ਰ ਦਾ ਨਾਮ ਹੈ। ਕੇਸਾਧਾਰੀ ਪਰਮੇਸ਼ਰ ਨੂੰ
ਕੇਸਵ ਜਾਂ ਕੇਸਵ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਹੋਰ ਥਾਵਾਂ 'ਤੇ ਵੀ ਇਹ ਸ਼ਬਦ ਵਾਹਿਗੁਰੂ ਪਰਮੇਸ਼ਰ ਦੇ ਲਈ ਵਰਤੇ ਗਏ ਨੇ। ਕਬੀਰ ਕੇਸਵ ਕੇਸਵ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੈ ਪੁਕਾਰ। ਕੇਸਵ ਦਾ ਅਰਥ ਕੇਸਾ ਤਾਰੀ ਵਾਹਿਗੁਰੂ ਪਰਮੇਸ਼ਰ, ਸੋਹਣੇ ਨੱਕ ਜਾਂ ਲੰਮੜੇ ਵਾਲਾ, ਲੰਮੇ ਕੇਸਾਂ ਵਾਲਾ ਹੈ ਉਹ ਵਾਹਿਗੁਰੂ। ਕੇਸਵ ਗੋਪਾਲ ਦਾ ਅਰਥ ਵੀ ਗੋਪ੍ਰਿਥਵੀ ਦਾ ਪਾਲਕ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਕੇਸਵ ਵੀ ਪਰਮੇਸ਼ਰ ਦਾ ਨਾਮ ਹੈ, ਗੋਪਾਲ ਵੀ ਪਰਮੇਸ਼ਰ ਦਾ ਨਾਮ ਹੈ। ਉਸ ਕੇਸਵ ਗੋਪਾਲ ਪਰਮੇਸ਼ਰ ਦੇ ਜਿਹੜੇ ਪੰਡਤ ਨੇ, ਰੱਬ ਦੇ ਪਿਆਰੇ ਗਿਆਨਵਾਨ ਵਿਦਵਾਨ ਪੁਰਸ਼ ਨੇ, ਬ੍ਰਹਮ ਗਿਆਨੀ ਕਹਿ ਦਿਓ, ਬੱਬੇਕੀ ਕਹਿ ਦਿਓ, ਵਿਚਾਰਵਾਨ ਕਹਿ ਦਿਓ, ਗੱਲ ਇੱਕੋ ਹੀ ਹੈ। ਉਸ ਵਾਹਿਗੁਰੂ ਦੇ ਪਿਆਰੇ ਪੰਡਤ ਵਿਦਵਾਨਾਂ ਨੂੰ, ਉਹਨਾਂ ਗਿਆਨਵਾਨਾਂ ਨੂੰ ਸੱਦਿਓ ਅਤੇ ਉਹਨਾਂ ਨੂੰ ਇਹ ਗੱਲ ਆਖੀ, ਹਰ ਹਰ ਕਥਾ ਪੜ੍ਹੈ ਪੁਰਾਣ ਜੀ। ਪੁਰਾਣ ਦਾ ਅਰਥ ਹੈ ਜੋ ਅਨਾਦਿ, ਪੁਰਾਣਾ, ਪੁਰਾਣੇ ਨੂੰ ਅਨਾਦਿ ਕਹਿੰਦੇ ਨੇ। ਅਨਾਦਿ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਪੁਰਾਣ ਜੋ ਅਨਾਦਿ ਪ੍ਰਾਚੀਨ, ਸਭ ਤੋਂ ਪਹਿਲਾਂ ਜਿਹਨੂੰ ਆਦਿ ਸੱਚ ਕਿਹਾ ਹੈ, ਉਸ ਪੁਰਾਣ ਅਕਾਲ ਪੁਰਖ ਵਾਹਿਗੁਰੂ ਦੀ ਹਰ ਹਰ ਕਥਾ, ਉਸ ਦੇ ਨਾਮ ਦੀ ਸਿਫਤ ਸਲਾਹ ਕਿ ਉਸ ਵਾਹਿਗੁਰੂ ਦੀ ਕੀਰਤਨ ਭਗਤੀ ਦੀ ਕਥਾ ਵਿਚਾਰ ਕਰਿਓ। ਇਹਦਾ ਇਉਂ ਵੀ ਅਰਥ ਵਿਦਵਾਨਾਂ ਨੇ ਕੀਤਾ ਹੈ। ਸੋ ਰਹੋ ਵਿਚਾਰ, ਸਤਿਗੁਰੂ ਦੀ ਕਿਰਪਾ ਦੁਆਰਾ ਆਪਾਂ ਵੀ ਕੀਰਤਨ ਕਥਾ ਗੁਰਬਾਣੀ ਨਾਲ ਜੋੜਨ ਦਾ ਯਤਨ ਕੀਤਾ। ਅੰਮ੍ਰਿਤ ਵੇਲੇ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਦੀ ਕਥਾ ਆਪ ਸੰਗਤਾਂ ਸਰਵਣ ਕਰਦੇ ਰਹੇ ਹੋ ਅਤੇ ਅੱਜ ਉਹਨਾਂ ਦੀ ਸੰਪੂਰਨਤਾ ਹੋ ਰਹੀ, ਕਿਉਂਕਿ ਅੱਜ ਦੁਸਹਿਰਾ ਵੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਰੀ ਲਾਲ ਅਤੇ ਕ੍ਰਿਸ਼ਨ ਲਾਲ, ਇਹ ਕਾਂਸ਼ੀ ਦੇ ਪੰਡਤ ਸਨ, ਇਹ ਵੀ ਗੁਰੂ ਘਰ ਦੇ ਸਿੱਖ ਸਨ। ਇਹ ਸਤਿਗੁਰੂ ਦੇ ਚਰਨਾਂ ਵਿੱਚ ਆਏ, ਬੇਨਤੀ ਕੀਤੀ, ਮਹਾਰਾਜ ਸਾਨੂੰ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਉਪਦੇਸ਼ ਦਿਓ। ਤਾਂ ਹਾਜ਼ੂਰ ਨੇ ਇਹਨਾਂ ਦੇ ਪ੍ਰਥਾਏ ਸਹਿਸਕ੍ਰਿਤੀ ਸ਼ਲੋਕ, ਸਹਿਸਕ੍ਰਿਤ ਭਾਸ਼ਾ ਸੰਸਕ੍ਰਿਤ ਤੋਂ ਵੱਖਰੀ ਭਾਸ਼ਾ ਹੈ, ਇਸ ਦਾ ਦੂਜਾ ਨਾਮ ਪ੍ਰਾਕ੍ਰਿਤ ਭਾਸ਼ਾ ਹੈ। ਉਸ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਗੁਰੂ ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਹੈ। 63 ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਹੁਣ ਰਹਿੰਦੇ ਸ਼ਲੋਕਾਂ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤ੍ਰਿਣੰ ਤਾ ਮੇਰੰ ਸਹਿਕੰ ਤਾ ਹਰਿਯੰ। ਇਸ ਸ਼ਲੋਕ ਦੇ ਜਦੋਂ ਆਪਾਂ ਅਰਥ ਕਰਾਂਗੇ, ਅਖੀਰਲੀ ਪੰਕਤੀ ਨੂੰ ਵਿਚਾਰਨਾ ਪਵੇਗਾ। ਅੰਧਕਾਰ ਕੋਟ ਸੂਰੋ ਜਾਰੰ, ਬਿਨਵੰਤ ਨਾਨਕ ਹਰ ਗੁਰ ਦਇਆਰੰ। ਬੇਨਤੀ ਪੂਰਵਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ, ਹਰ ਗੁਰ ਦਇਆਰੰ। ਜਦੋਂ ਗੁਰੂ ਪਰਮੇਸ਼ਰ ਮਿਹਰਬਾਨ ਹੁੰਦੇ ਨੇ, ਪ੍ਰਸੰਨ ਹੁੰਦੇ ਨੇ, ਫਿਰ ਕਿਹੜੀ ਖੇਡ ਵਰਤ ਜਾਂਦੀ ਹੈ, ਕਿਹੜੀ ਕਲਾ ਵਰਤ ਜਾਂਦੀ ਹੈ, ਉਹਦੇ ਬਾਰੇ ਜ਼ਿਕਰ ਕਰਦੇ ਹਨ। ਤ੍ਰਿਣੰ ਤਾਂ ਮੇਰੰ, ਤ੍ਰਿਣ ਕਹਿੰਦੇ ਨੇ ਕੱਖ ਨੂੰ। ਜਿਹੜਾ ਕੱਖ ਹੈ, ਮੇਰੰਗ ਦਾ ਅਰਥ ਹੈ ਪਹਾੜ। ਉਹ ਕੱਖ ਤੋਂ ਮੇਰ ਪਰਬਤ ਪਹਾੜ ਬਣ ਜਾਂਦਾ। ਜਿਵੇਂ ਕਲਗੀਧਰ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਿਆਂ ਹੋਇਆਂ ਇੱਕ ਸਵਈਆ ਛੰਦ ਉਚਾਰਨ ਕੀਤਾ, ਮੇਰ ਕਰੋ ਤ੍ਰਿਣ ਤੇ ਮੋਹ ਜਾਏ।
ਗਰੀਬ ਨਿਵਾਜ ਨਾ ਦੂਸਰ ਤੋਸੋ। ਮੇਰ ਕਰੋ ਤ੍ਰਿਣ ਤੇ ਮੋਹੇ ਜਾਏ, ਇਹੀ ਸ਼ਬਦ ਉੱਥੇ ਵਰਤੇ ਗਏ ਨੇ, ਤ੍ਰਿਣ ਤੇ ਮੇਰ। ਹਾਜ਼ੂਰ ਕਹਿੰਦੇ ਨੇ ਜਦੋਂ ਗੁਰੂ ਪਰਮੇਸ਼ਰ ਦੀ ਦਿਆਲਤਾ ਹੁੰਦੀ ਹੈ, ਤ੍ਰਿਣੰ ਤਾਂ ਮੇਰੰ, ਜਿਹੜਾ ਕੱਖ ਵਾਂਗੂ ਹੌਲਾ ਜੀਵ ਹੈ ਇਹ ਪਹਾੜ ਬਣ ਜਾਂਦਾ। ਭਾਵ ਜਿਨ੍ਹਾਂ ਦੇ ਕੱਖ ਵਰਗੇ ਹੋਛੇ ਹਲਕੇ ਜਿਗਰੇ ਹੁੰਦੇ ਨੇ ਤੇ ਉਹ ਪਹਾੜ ਵਾਂਗੂ ਬੜੇ ਡੂੰਘੇ ਵੱਡੇ ਜਿਗਰੇ ਵਾਲੇ ਬਣ ਜਾਂਦੇ ਹਨ। ਹਾਜ਼ੂਰ ਕਹਿੰਦੇ ਨੇ ਤ੍ਰਿਣੰ ਤਾਂ ਮੇਰੰ, ਇਉਂ ਕੱਖ ਤੋਂ ਪਹਾੜ ਬਣ ਜਾਂਦੇ ਨੇ। ਸਹਿਕੰ ਤਾਂ ਹਰੀਆਂ, ਜਿਹੜੇ ਸਹਿਕੰ ਦਾ ਅਰਥ ਹੈ ਸੁੱਕੇ ਨੇ, ਉਹ ਵੀ ਹਰੀਆਂ ਦਾ ਅਰਥ ਹੈ ਹਰੇ ਭਰੇ ਹੋ ਜਾਂਦੇ ਨੇ। ਜਦੋਂ ਗੁਰੂ ਪਰਮੇਸ਼ਰ ਦੀ ਦਿਆਲਤਾ ਹੁੰਦੀ ਹੈ, ਗੁਰੂ ਪਰਮੇਸ਼ਰ ਮਿਹਰਬਾਨ ਹੁੰਦੇ ਨੇ, ਉਸ ਵੇਲੇ ਕੱਖ ਤੋਂ ਪਹਾੜ ਬਣਾ ਦਿੰਦੇ ਨੇ ਤੇ ਜਿਹੜੇ ਸੁੱਕੇ ਨੇ ਉਹਨਾਂ ਨੂੰ ਹਰੇ ਭਰੇ ਕਰ ਦਿੰਦੇ ਨੇ। ਤੇ ਜਾਂ ਦੂਜਾ ਇਹਦਾ ਅਰਥ ਇਉਂ ਵੀ ਵਿਦਵਾਨਾਂ ਨੇ ਕੀਤਾ, ਸਹਿਕੰ ਤਾਂ ਹਰੀਆਂ, ਜਿਹੜੇ ਸਹਿਕ ਰਹੇ ਹੁੰਦੇ ਨੇ। ਸਹਿਕ ਰਹੇ ਤੋਂ ਭਾਵ ਹੈ ਜਦੋਂ ਆਦਮੀ ਕਿਸੇ ਸੱਟ ਫੇਟ ਦੇ ਨਾਲ ਜਾਂ ਕਿਸੇ ਐਕਸੀਡੈਂਟ ਦੇ ਨਾਲ ਸਖਤ ਜ਼ਖਮੀ ਹੋ ਜਾਂਦਾ ਹੈ, ਫਿਰ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਿਹੜੇ ਸਾਹ ਲੈਂਦਾ ਹੈ ਉਹਨੂੰ ਸਹਿਕਣਾ ਕਹਿੰਦੇ ਨੇ। ਤੇ ਜਿਹੜੇ ਸਹਿਕਦੇ ਨੇ ਹਰੀਆਂ, ਉਹ ਵੀ ਹਰੇ ਭਰੇ ਹੋ ਜਾਂਦੇ ਨੇ, ਸੁਰਜੀਤ ਹੋ ਜਾਂਦੇ ਨੇ। ਭਾਵ ਸਹਿਕਦਿਆਂ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਜਦੋਂ ਗੁਰੂ ਪਰਮੇਸ਼ਰ ਦੀ ਮਿਹਰ ਹੋਵੇ। ਤੀਜਾ ਇਹਦਾ ਅਰਥ ਸਹਿਕੰ ਤਾਂ ਹਰੀਆਂ, ਸਹਿਕੰ ਦਾ ਅਰਥ ਹੈ ਜਿਹੜੇ ਸਹੇ ਵਾਂਗੂ ਕਮਜ਼ੋਰ ਨੇ। ਜਦੋਂ ਗੁਰੂ ਪਰਮੇਸ਼ਰ ਦੀ ਮਿਹਰ ਹੁੰਦੀ ਹੈ, ਹਰੀਆਂ ਦਾ ਅਰਥ ਇੱਥੇ ਸ਼ੇਰ ਕਰਨਾ, ਕਿਉਂਕਿ ਹਰ ਸ਼ਬਦ ਦੇ ਅਨੇਕਾਂ ਅਰਥ ਹੁੰਦੇ ਨੇ। ਫਿਰ ਉਹ ਸਹੇ ਤੋਂ ਸ਼ੇਰ ਬਣ ਜਾਂਦੇ ਨੇ। ਸਹਿਆ ਬਹੁਤ ਕਮਜ਼ੋਰ ਦਿਲ ਦਾ ਇੱਕ ਛੋਟਾ ਜਿਹਾ ਜੀਵ ਮੰਨਿਆ ਤੇ ਜਿਹੜਾ ਬੜਾ ਡਰਪੋਕ ਹੁੰਦਾ। ਹਾਜ਼ੂਰ ਕਹਿੰਦੇ ਜਿਹੜੇ ਸਹੇ ਵਾਂਗੂ ਕਮ ਦਿਲ ਬੋਝਦਲ ਬੰਦੇ ਨੇ, ਉਹ ਵੀ ਸ਼ੇਰ ਵਾਂਗੂ ਬਹਾਦਰ ਦਲੇਰ ਬਣ ਜਾਂਦੇ ਹਨ। ਬੂਡੰ ਤਾਂ ਤਰੀਅੰ ਊਣੰ ਤਾਂ ਭਰੀਅੰ। ਲਓ, ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਦਿਆਲਤਾ ਹੁੰਦੀ ਹੈ, ਬੂਡੰ ਤਾਂ ਤਰੀਅੰ, ਜਿਹੜੇ ਡੁੱਬਦੇ ਨੇ, ਪ੍ਰਤੱਖ ਵੀ ਡੁੱਬਦੇ ਨੇ, ਉਹ ਵੀ ਤਰ ਜਾਂਦੇ ਨੇ। ਕਿਵੇਂ? ਇੱਕ ਇਤਿਹਾਸਕ ਹਵਾਲਾ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੀਪਾਂ ਦੀ ਯਾਤਰਾ ਲਈ ਜਾਣ ਲੱਗੇ, ਧਰਤੀ ਦੇ ਐਨ ਕਿਨਾਰੇ 'ਤੇ ਪਹੁੰਚ ਗਏ। ਅੱਗੇ ਸਮੁੰਦਰ ਆਇਆ। ਉਹ ਸਮੁੰਦਰ ਨੂੰ ਵੇਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਸਵਾਲ ਕੀਤਾ, ਭਾਈ ਮਰਦਾਨਿਆ, ਹੁਣ ਆਪਾਂ ਧਰਤੀ ਦੀ ਯਾਤਰਾ 'ਤੇ ਕਰ ਲਈ ਹੈ। ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ, ਹੁਣ ਅੱਗੇ ਆਪਾਂ ਦੀਪਾਂ ਵਿੱਚ ਜਾਣਾ, ਸਮੁੰਦਰ ਦੇ ਟਾਪੂਆਂ ਵਿੱਚ ਜਾਣਾ, ਜਿਹੜੇ ਆਈਸਲੈਂਡ ਨੇ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ। ਹੁਣ ਇਹ ਸਮੁੰਦਰ ਨੂੰ ਕਿਵੇਂ ਪਾਰ ਕੀਤਾ ਜਾ ਸਕਦਾ? ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਆਪਾਂ ਕਿਸੇ ਜਹਾਜ਼ 'ਤੇ ਚੜ੍ਹ ਕੇ ਸਮੁੰਦਰ ਨੂੰ ਪਾਰ ਕਰ ਸਕਦੇ ਹਾਂ। ਭਾਈ ਬਾਲੇ ਨੂੰ ਪੁੱਛਿਆ, ਭਾਈ ਬਾਲਿਆ ਤੂੰ ਦੱਸ, ਸਮੁੰਦਰ ਆ ਗਿਆ, ਕਿਵੇਂ ਇਹਨੂੰ ਪਾਰ ਕਰੀਏ? ਉਹਨੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਜੋ ਸਾਨੂੰ ਨਾਮ ਬਖਸ਼ਿਆ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਆਪਾਂ ਉਸ ਨਾਮ ਦੀ ਓਟ ਲੈ ਕੇ ਭਵਸਾਗਰ ਤੋਂ ਪਾਰ ਹੋ ਸਕਦੇ ਹਾਂ। ਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਭਾਈ ਬਾਲਿਆ ਤੇ ਮਰਦਾਨਿਆ ਤੁਸੀਂ ਸਾਡੇ ਪਿੱਛੇ ਪਿੱਛੇ ਵਾਹਿਗੁਰੂ 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 ਜਪਦੇ ਹੀ ਆਈ ਜਾਣਾ ਤੇ ਇਹ ਸਮੁੰਦਰ ਤੋਂ ਆਪਾਂ ਪਾਰ ਹੋ ਜਾਵਾਂਗੇ। ਭਾਈ ਬਾਲੇ ਨੂੰ ਭਰੋਸਾ ਸੀ, ਪੱਕਾ ਯਕੀਨ ਸੀ। ਉਹ ਕਹਿਣ ਲੱਗਾ, ਮਹਾਰਾਜ ਸਤ ਬਚਨ। ਜਦੋਂ ਸਤਿਗੁਰੂ ਸਮੁੰਦਰ ਵਿੱਚ ਜਾਣ ਲੱਗੇ, ਹਜ਼ੂਰ ਅੱਗੇ ਅੱਗੇ ਵਾਹਿਗੁਰੂ ਵਾਹਿਗੁਰੂ ਬੋਲਦੇ ਨੇ। ਭਾਈ ਮਰਦਾਨਾ ਤੇ ਬਾਲਾ
ਪਿੱਛੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਸਮੁੰਦਰ ਦਾ ਸਫ਼ਰ ਤੈਅ ਹੋ ਰਿਹਾ। ਹੁਣ ਸਤਿਗੁਰੂ ਮਹਾਰਾਜ ਨੇ ਪਰਖ ਕੀਤੀ। ਹੁਕਮ ਤੇ ਇਹ ਹੈ ਨਾ, ਸਤਿਗੁਰੂ ਦਾ ਗੁਰ ਕਹਿਆ ਸਾਕਾਰ ਕਮਾਵੋ। ਭਾਈ ਮਰਦਾਨੇ ਦਾ ਮਨ ਡੋਲ ਗਿਆ। ਉਹ ਕਹਿਣ ਲੱਗਾ, ਬਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਜਪਣ ਲਈ ਸਾਨੂੰ ਕਹਿ ਰਹੇ ਨੇ, ਤੇ ਅਸੀਂ ਵਾਹਿਗੁਰੂ ਦਾ ਨਾਮ ਜਪ ਕੇ ਸਮੁੰਦਰ ਦਾ ਕਾਫੀ ਸਫ਼ਰ ਤੈਅ ਵੀ ਕਰ ਲਿਆ। ਹੁਣ ਅੱਗੇ ਕੀ ਹੋਵੇਗਾ ਇਹ ਪਰਮੇਸ਼ਰ ਜਾਣਦਾ। ਤੇ ਗਰੀਬਨ ਵਾਜ ਸਤਿਗੁਰੂ ਜੀ ਨੇ ਵਾਹਿਗੁਰੂ ਨਾਮ ਛੱਡ ਕੇ ਸੋਹੰ ਸੋਹੰ ਦਾ ਜਾਪ ਸ਼ੁਰੂ ਕਰ ਦਿੱਤਾ। ਭਾਈ ਬਾਲਾ ਤੇ ਭਰੋਸੇ ਵਾਲਾ ਸਿੱਖ ਸੀ, ਉਹ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ। ਪਰ ਭਾਈ ਮਰਦਾਨੇ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਗਿਆ, ਬਈ ਗੁਰੂ ਮਹਾਰਾਜ ਸੋਹੰ ਸੋਹੰ ਜਪਦੇ ਨੇ, ਹੋ ਸਕਦਾ ਹੈ ਸੋਹੰ ਨਾਮ ਦੇ ਵਿੱਚ ਹੋਰ ਜ਼ਿਆਦਾ ਪਾਵਰ ਹੋਵੇ, ਕਿਉਂ ਨਾ ਮੈਂ ਵੀ ਉਹੀ ਨਾਮ ਜਪਾਂ। ਉਹਨੇ ਵਾਹਿਗੁਰੂ ਦਾ ਨਾਮ ਛੱਡ ਕੇ, ਵਾਹਿਗੁਰੂ ਗੁਰ ਮੰਤਰ ਹੈ, ਗੁਰੂ ਦਾ ਮੰਤਰ ਛੱਡ ਕੇ ਸੋਹੰ ਸੋਹੰ ਜਪਣ ਲੱਗ ਪਿਆ। ਗੁਰੂ ਦੀ ਰੀਸ ਕਰਨੀ ਚਾਹੁੰਦਾ। ਵੱਡਿਆਂ ਸਿਓ ਕਿਆ ਰੀਸ, ਵੱਡਿਆਂ ਦੀ ਰੀਸ ਕਿਉਂ ਕੀਤੀ ਜਾਵੇ। ਹੁਣ ਜਦੋਂ ਸੋਹੰ ਸੋਹੰ ਜਪਣ ਲੱਗਿਆ, ਉਸੇ ਵੇਲੇ ਭਾਈ ਮਰਦਾਨਾ ਸਮੁੰਦਰ ਦੇ ਵਿੱਚ ਗੋਤੇ ਖਾਣ ਲੱਗ ਪਿਆ। ਇਹ ਇਤਿਹਾਸਕ ਹਵਾਲਾ ਹੈ। ਤੇ ਜਦੋਂ ਭਾਈ ਮਰਦਾਨਾ ਗੋਤੇ ਖਾਣ ਲੱਗਿਆ, ਭਾਈ ਬਾਲਾ ਕਹਿੰਦਾ ਮਹਾਰਾਜ ਮਰਦਾਨਾ ਤੇ ਗਿਆ। ਹਾਜ਼ੂਰ ਕਹਿਣ ਲੱਗੇ, ਭਾਈ ਬਾਲਿਆ ਇਹਨੂੰ ਕਹਿ ਵਾਹਿਗੁਰੂ। ਭਾਈ ਬਾਲਾ ਕਹਿੰਦਾ ਮਰਦਾਨਿਆ ਕਹਿ ਵਾਹਿਗੁਰੂ। ਜਿਵੇਂ ਪੰਜ ਪਿਆਰੇ ਸਾਨੂੰ ਜਦੋਂ ਅੰਮ੍ਰਿਤ ਦੇ ਚੋਲੇ ਛਕਾਉਂਦੇ ਨੇ, ਕਹਿੰਦੇ ਨੇ ਨਾ ਫਤਿਹ ਬੁਲਾਓ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਪੰਜ ਪਿਆਰੇ ਵੀ 5 ਵਾਰੀ ਮੂਲ ਮੰਤਰ, 5 ਵਾਰੀ ਗੁਰ ਮੰਤਰ ਦ੍ਰਿੜ ਕਰਾਉਂਦੇ ਨੇ। ਹੁਣ ਭਾਈ ਬਾਲੇ ਨੇ ਆਖਿਆ ਬੋਲ ਵਾਹਿਗੁਰੂ। ਭਾਈ ਮਰਦਾਨੇ ਨੇ ਜਦੋਂ ਵਾਹਿਗੁਰੂ ਵਾਹਿਗੁਰੂ ਆਖਿਆ ਤੇ ਫਿਰ ਡੁੱਬਣ ਤੋਂ ਬਚ ਗਿਆ। ਬੂਡੰਗ ਤਾਂ ਤਰੀਆਂ, ਜਿਹੜੇ ਪ੍ਰਤੱਖ ਵੀ ਡੁੱਬਦੇ ਨੇ, ਤੇ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਫਿਰ ਉਹ ਤਰ ਜਾਂਦੇ ਨੇ। ਇਸੇ ਤਰ੍ਹਾਂ ਇਹ ਸੰਸਾਰ ਸਮੁੰਦਰ ਹੈ। ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਿਆ ਤਾਂ ਡੂਬੀ ਗਲੇ। ਅਸੀਂ ਸੰਸਾਰ ਸਮੁੰਦਰ ਵਿੱਚ ਵੀ ਗੋਤੇ ਖਾ ਰਹੇ ਹਾਂ। ਸੰਸਾਰ ਸਮੁੰਦਰ ਹੈ। ਜਦੋਂ ਕੋਈ ਜੀਵ ਜੰਮਦਾ ਹੈ, ਉਸ ਵੇਲੇ ਜਿਵੇਂ ਡੁੱਬਦਾ ਆਦਮੀ ਇੱਕ ਵਾਰੀ ਉੱਪਰ ਨੂੰ ਆਉਂਦਾ ਹੈ ਨਾ, ਜਦੋਂ ਜਨਮ ਹੁੰਦਾ ਅਸੀਂ ਉੱਪਰ ਨੂੰ ਆਉਂਦੇ। ਜਦੋਂ ਕਿਸੇ ਦੀ ਮੌਤ ਹੁੰਦੀ, ਹੇਠਾਂ ਡੂੰਘੇ ਸਮੁੰਦਰ ਵਿੱਚ ਡੁੱਬ ਜਾਂਦਾ। ਇਹ ਸੰਸਾਰ ਸਮੁੰਦਰ ਹੈ। ਜਿਹੜੇ ਇਸ ਦੇ ਵਿੱਚ ਡੁੱਬਦੇ ਨੇ, ਜਨਮ ਮਰਨ ਦੇ ਗੇੜ ਵਿੱਚ ਪਏ ਹੋਏ ਨੇ, ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਉਹ ਡੁੱਬਦੇ ਵੀ ਤਰ ਜਾਂਦੇ ਨੇ। ਊਣੰ ਤਾਂ ਭਰੀਆਂ, ਜਦੋਂ ਗੁਰੂ ਦੀ ਮਿਹਰ ਹੁੰਦੀ ਹੈ, ਜਿਹੜੇ ਊਣੇ ਖਾਲੀ ਸਰੋਵਰ ਨੇ, ਤਲਾਅ ਨੇ, ਸਮੁੰਦਰ ਨੇ, ਉਹ ਵੀ ਭਰ ਜਾਂਦੇ ਨੇ। ਕਈ ਵਾਰੀ ਔੜ ਲੱਗ ਜਾਂਦੀ ਹੈ, ਦਰਿਆ ਵੀ, ਨਦੀਆਂ ਵੀ ਸੁੱਕ ਜਾਂਦੇ ਨੇ। ਤੇ ਜਦੋਂ ਵਾਹਿਗੁਰੂ ਮਿਹਰ ਕਰਦਾ ਹੈ, ਮੀਂਹ ਪੈ ਜਾਂਦਾ ਹੈ, ਤੇ ਫਿਰ ਉਹਦੇ ਨਾਲ ਖਾਲੀ ਦਰਿਆ, ਸਮੁੰਦਰ ਵੀ ਭਰ ਜਾਂਦੇ ਨੇ। ਇਸੇ ਤਰ੍ਹਾਂ ਊਣੰ ਤਾਂ ਭਰੀਆਂ, ਜਿਨ੍ਹਾਂ ਦੇ ਹਿਰਦੇ ਭਗਤੀ ਤੋਂ, ਨਾਮ ਤੋਂ ਸਖਣੇ ਨੇ, ਦੈਵੀ ਗੁਣ ਨਹੀਂ ਹਨ, ਦੈਵੀ ਗੁਣਾਂ ਤੋਂ, ਨਾਮ ਤੋਂ, ਭਗਤੀ ਤੋਂ ਊਣੇ ਨੇ। ਤੇ ਜਦੋਂ ਗੁਰ ਦੇ ਯਾਰੰ, ਗੁਰੂ ਦੀ ਦਿਆਲਤਾ ਹੁੰਦੀ ਹੈ, ਖਾਲੀ ਹਿਰਦੇ ਵੀ ਨਾਮ ਬਾਣੀ ਦੇ ਅੰਮ੍ਰਿਤ ਰਸ ਦੇ ਨਾਲ ਭਰਪੂਰ ਹੋ ਜਾਂਦੇ ਹਨ। ਅੰਧਕਾਰ ਕੋਟ ਸੂਰ ਉਜਾਰੰ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਅੰਧਕਾਰ ਹਨੇਰੇ ਵਿੱਚ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ। ਇੱਕ ਪੰਕਤੀ ਹੋਰ ਥਾਂ ਤੇ ਆਉਂਦੀ ਹੈ, ਕੋਟ ਸੂਰ ਨਾਨਕ ਪ੍ਰਗਾਸ। ਮੋਹ ਮਾਇਆ ਦੇ ਅਗਿਆਨ ਦੇ ਹਨੇਰੇ ਵਿੱਚ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਤੁਸੀਂ, ਉਹਦੇ ਵਿੱਚ ਵੀ ਹਜ਼ੂਰ ਨੇ ਗੁਰੂ ਦੀ ਮਹਿਮਾ ਉਚਾਰਨ ਕਰਦਿਆਂ ਹੋਇਆਂ ਫਰਮਾਇਆ, ਜੀ 100 ਚੰਦਾ ਉਗ ਵਹਿ, ਸੂਰਜ ਚੜ੍ਹੈ 1000, ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਨਾ,
ਫਿਰ ਮੋਹ ਮਾਇਆ ਅਗਿਆਨ ਦੇ ਕੁੱਪ ਹਨੇਰੇ ਵਿੱਚ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਬਿਨਵੰਤ ਨਾਨਕ ਹਰ ਗੁਰ ਦਿਆਰੰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਦੇ ਨੇ, ਇਹ ਘਟਨਾ ਕਦੋਂ ਵਾਪਰਦੀ ਹੈ, ਇਹ ਕਲਾ ਕਦੋਂ ਵਰਤਦੀ ਹੈ? ਹਰ ਗੁਰ ਦਿਆਰੰ, ਜਦੋਂ ਗੁਰੂ ਪਰਮੇਸ਼ਰ ਜੀ ਮਿਹਰਬਾਨ ਹੁੰਦੇ ਨੇ, ਫਿਰ ਇਹੋ ਜੀ ਲੀਲਾ ਵਰਤ ਜਾਂਦੀ ਹੈ, ਇਹੋ ਜੀ ਖੇਡ ਵਰਤ ਜਾਂਦੀ ਹੈ। ਬ੍ਰਾਹਮਣੈ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਨ ਹੈ। ਹੁਣ ਇਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਬ੍ਰਾਹਮਣ ਜਾਤੀ ਵਿੱਚੋਂ ਸਨ, ਤੇ ਇਹਨਾਂ ਨੇ ਆਖਿਆ ਮਹਾਰਾਜ ਬ੍ਰਾਹਮਣ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ? ਤਾਂ ਹਜ਼ੂਰ ਕਹਿੰਦੇ ਨੇ ਅਸਲੀ ਜਿਹੜੇ ਇਹਨਾਂ ਦੇ ਧਰਮ ਸ਼ਾਸਤਰ ਨੇ ਹਿੰਦੂ ਧਰਮ ਦੇ ਵੀ, ਉਹਨਾਂ ਵਿੱਚ ਇੱਕ ਸ਼ਲੋਕ ਲਿਖਿਆ ਮਿਲਦਾ ਹੈ, ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ ਵੇਦ ਪਾਠੀ ਬਪੇਦ ਵਿਪਰਾ ਬ੍ਰਹਮ ਜਣੰਤੀ ਤੀ ਬ੍ਰਾਹਮਣਾ। ਜਨਮ ਤੋਂ ਸਾਰੇ ਸ਼ੂਦਰ ਨੇ, ਅਪਵਿੱਤਰ ਨੇ। ਸੰਸਕਾਰੇ ਦਜੋਤਮਾ, ਜਦੋਂ ਧਾਰਮਿਕ ਸੰਸਕਾਰ ਕੀਤਾ ਜਾਂਦਾ ਹੈ, ਕਿਸੇ ਵੀ ਧਰਮ ਦੀ ਮਰਜ਼ਾਦਾ ਅਨੁਸਾਰ ਧਰਮ ਦੇ ਵਿੱਚ ਪ੍ਰਵੇਸ਼ ਕਰਨਾ, ਇਸ ਨੂੰ ਧਾਰਮਿਕ ਸੰਸਕਾਰ ਕਹਿੰਦੇ ਨੇ। ਹੁਣ ਉਹ ਲਿਖਿਆ ਹੋਇਆ ਧਰਮ ਸ਼ਾਸਤਰਾਂ ਦੇ ਵਿੱਚ, ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ, ਜਦੋਂ ਕਿਸੇ ਧਰਮ ਦੇ ਵਿੱਚ ਅਸੀਂ ਪ੍ਰਵੇਸ਼ ਕਰਦੇ ਹਾਂ, ਉਸ ਵੇਲੇ ਦਵਿਜ ਸੰਗਿਆ ਹਾਸਲ ਹੋ ਜਾਂਦੀ। ਦਵਿਜ ਦਾ ਅਰਥ ਕੀਤਾ ਦੂਜਾ ਜਨਮ। ਇੱਕ ਬਿੰਦੀ ਕੋਲ ਹੈ, ਦੂਸਰੀ ਨਾਦੀ ਕੋਲ ਹੁੰਦੀ ਹੈ। ਬਿੰਦੀ ਕੋਲ ਵਿੱਚ ਤੇ ਆਪਾਂ ਜਨਮ ਲਿਆ ਹੋਇਆ, ਨਾਦੀ ਕੋਲ ਦੇ ਵਿੱਚ ਜਦੋਂ ਆਪਾਂ ਸਿੱਖ ਧਰਮ ਦੇ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦੇ ਹਾਂ, ਤੇ ਫਿਰ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਜਾਂਦੇ ਹਾਂ ਨਾਦੀ ਕੁਲ ਦੇ ਵਿੱਚ। ਇਸ ਢੰਗ ਦੇ ਨਾਲ ਜਦੋਂ ਧਰਮ ਦੇ ਵਿੱਚ ਪ੍ਰਵੇਸ਼ ਕੀਤਾ ਜਾਵੇ, ਫਿਰ ਦਵਿਜ ਸੰਗਿਆ ਪ੍ਰਾਪਤ ਹੋ ਜਾਂਦੀ। ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ ਵੇਦ ਪਾਠੀ ਬਪੇਦ ਵਿਪਰਾ, ਜਦੋਂ ਵੇਦ ਪਾਠੀ ਹੋ ਕੇ ਵੇਦਾਂ ਦੇ ਭੇਦ ਨੂੰ ਸਮਝ ਲਵੇ, ਵੇਦਾਂ ਦੇ ਸਿਧਾਂਤ ਨੂੰ ਸਮਝ ਲਵੇ, ਫਿਰ ਉਹਨੂੰ ਵਿਪਰ ਸੰਗਿਆ ਪ੍ਰਾਪਤ ਹੋ ਜਾਂਦੀ ਹੈ। ਵਿਦਵਾਨ ਨੂੰ ਵਿਪਰ ਕਹਿ ਦਿੰਦੇ ਸਨ। ਤੇ ਬ੍ਰਾਹਮਣ ਕਦੋਂ ਬਣਦਾ ਸੀ? ਬ੍ਰਹਮ ਜਣੰਤੀ ਤੀ ਬ੍ਰਾਹਮਣ, ਜਦੋਂ ਬ੍ਰਹਮ ਨੂੰ ਜਾਣ ਲਵੇ, ਰੱਬ ਦਾ ਗਿਆਨ ਹਾਸਲ ਕਰ ਲਵੇ, ਉਹਨੂੰ ਬ੍ਰਾਹਮਣ ਕਹਿੰਦੇ ਸਨ। ਤੇ ਹੁਣ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਵੀ ਗੁਰੂ ਮਹਾਰਾਜ ਨੇ ਇਹੀ ਸਿਧਾਂਤ ਸਾਨੂੰ ਸਮਝਾਇਆ ਹੈ, ਸਾ ਜਾਤ ਸਾ ਪਤ ਹੈ ਜਿਹੀ ਕਰਮ ਕਮਾਏ। ਸਿੱਖ ਧਰਮ ਦੇ ਵਿੱਚ ਜਾਤ ਪਾਤ ਦੀ ਕੋਈ ਮਹਾਨਤਾ ਨਹੀਂ ਸਮਝੀ ਗਈ, ਕਰਮ ਦੀ ਮਹਾਨਤਾ ਹੈ। ਜਿਹੋ ਜਿਹੇ ਕਰਮ ਕਰਾਂਗੇ, ਉਹੋ ਜਿਹੀ ਸਾਡੀ ਜਾਤ, ਉਹੋ ਜਿਹੀ ਬਰਾਦਰੀ, ਉਹੋ ਜਿਹਾ ਵਰਨ ਸਾਡਾ ਬਣ ਸਕਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਬ੍ਰਾਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ। ਇੱਕ ਸ਼ਬਦ ਲਿਵਲਾਏ, ਜਿਹੜਾ ਬ੍ਰਹਮ ਨੂੰ ਜਾਣ ਲਵੇ, ਉਹਦਾ ਬ੍ਰਾਹਮਣਪੁਣਾ ਕਾਇਮ ਰਹਿ ਸਕਦਾ ਹੈ। ਭਗਤ ਕਬੀਰ ਜੀ ਨੇ ਵੀ ਇਹੀ ਸਿਧਾਂਤ ਪ੍ਰਗਟਾਇਆ ਹੈ, ਬ੍ਰਾਹਮ ਬਿੰਦੈ ਸੋ ਬ੍ਰਾਹਮਣ ਹੋਈ। ਜਿਹੜਾ ਪਰਮੇਸ਼ਰ ਨੂੰ ਜਾਣ ਲਵੇ, ਉਹ ਬ੍ਰਾਹਮਣ ਹੁੰਦਾ। ਇੱਥੇ ਹੁਣ ਬ੍ਰਾਹਮਣ ਦੀ ਗੱਲ ਹੈ। ਬ੍ਰਾਹਮਣੈ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਨ ਹੈ। ਉਹ ਬ੍ਰਾਹਮਣ ਜਿਹੜਾ ਬ੍ਰਹਮ ਕਰਮ ਦੇ ਵਿੱਚ, ਉਸ ਪਰਮੇਸ਼ਰ ਦੀ ਪ੍ਰਾਪਤੀ ਦੇ ਧਰਮ ਕਰਮ ਦੇ ਵਿੱਚ ਸੰਪੂਰਨ ਹੋ ਗਿਆ। ਭਾਵ ਜੋ ਧਰਮ ਦੇ ਮਾਰਗ ਤੇ ਚੱਲ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹਾਸਲ ਕਰ ਲੈਂਦਾ ਹੈ, ਉਹ ਹੈ ਅਸਲੀ ਬ੍ਰਾਹਮਣ। ਬ੍ਰਾਹਮਣ ਸੰਗ ਉਦਰਣੰ, ਜਦੋਂ ਇਹੋ ਜਿਹੇ ਬ੍ਰਹਮ ਗਿਆਨੀ ਕਿਸੇ ਵੀ ਬ੍ਰਾਹਮਣ ਦੀ, ਜਾਂ ਬ੍ਰਹਮ ਗਿਆਨੀ ਤੇ ਕੋਈ ਵੀ ਇਨਸਾਨ ਹੋ ਸਕਦਾ, ਜ਼ਰੂਰੀ ਨਹੀਂ ਬ੍ਰਾਹਮਣ ਹੋਵੇ, ਖੱਤਰੀ ਵੀ ਹੋ ਸਕਦਾ, ਵੈਸ਼ ਵੀ ਹੋ ਸਕਦਾ, ਸ਼ੂਦਰ ਵੀ ਹੋ ਸਕਦਾ। ਗੱਲ ਤਾਂ ਸਿਧਾਂਤ ਦੀ ਹੈ, ਬ੍ਰਹਮ ਕਰਮ ਦੀ ਹੈ। ਜਦੋਂ ਬ੍ਰਹਮ ਕਰਮ ਕਰਦਾ ਹੋਇਆ ਪਰਮੇਸ਼ਰ ਦਾ ਗਿਆਨ ਹਾਸਲ ਕਰ ਲੈਂਦਾ ਹੈ, ਤੇ ਫਿਰ ਉਹ ਅਸਲੀ ਬ੍ਰਹਮ ਗਿਆਨੀ ਹੀ ਬ੍ਰਾਹਮਣ ਹੋ ਸਕਦਾ। ਤੇ ਉਸ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਉਦਰਣੰ, ਜੀਵ ਦਾ ਉਧਾਰ ਹੋ ਜਾਂਦਾ ਹੈ। ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਹੀਂ ਫਲੈ। ਲੋ ਉਸ ਦੇ ਮੁਕਾਬਲੇ ਤੇ ਜਿਹੜਾ ਕੇਵਲ ਜਾਤ ਅਭਿਮਾਨੀ ਕੋਈ ਬ੍ਰਾਹਮਣ ਹੈ, ਆਤਮ ਰਤੰ, ਜਿਸ ਦਾ ਆਤਮ ਦਾ ਅਰਥ ਹੈ ਮਨ, ਰਤੰ, ਉਹ ਦੁਨੀਆ ਦੇ ਮੋਹ ਦੇ ਵਿੱਚ ਰੰਗਿਆ ਹੋਇਆ ਹੈ, ਤੇ ਸੰਸਾਰ ਗਹੰ, ਜਿਹਦੇ ਅੰਦਰ ਸੰਸਾਰ ਦੀ ਪਕੜ ਹੈ,
ਇਹਦਾ ਮਤਲਬ ਉਹ ਦੁਨੀਆ ਦੇ ਵਿੱਚ ਪਦਾਰਥਾਂ ਦੇ ਪਿੱਛੇ, ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ, ਤੇ ਜਿਸ ਦਾ ਮਨ ਮੋਹ ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਉਹ ਬ੍ਰਾਹਮਣ ਨਹੀਂ ਹੋ ਸਕਦਾ। ਤੇ ਨਰ ਨਾਨਕ ਨਿਫਲ ਹੈ, ਉਹ ਚਾਹੇ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਚਾਹੇ ਕੋਈ ਹੋਵੇ, ਤੇ ਨਰ ਨਾਨਕ ਨਿਫਲ ਹੈ। ਹਜ਼ੂਰ ਕਹਿੰਦੇ ਭਾਈ ਉਸ ਮਨੁੱਖ ਦਾ ਜਨਮ ਨਿਸਫਲ ਹੁੰਦਾ, ਬੇਅਰਥ ਹੁੰਦਾ, ਬੇਕਾਰ ਹੁੰਦਾ, ਜਿਹੜਾ ਵਾਹਿਗੁਰੂ ਨਾਲ ਪਿਆਰ ਨਹੀਂ ਕਰਦਾ, ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਬ੍ਰਹਮ ਕਰਮ ਦੇ ਵਿੱਚ ਪ੍ਰਵਿਰਤ ਨਹੀਂ ਹੁੰਦਾ। ਅਥਵਾ ਆਤਮ ਰਤਨ, ਆਤਮ ਸਰੀਰ ਦਾ ਵੀ ਵਾਚਕ ਹੈ। ਸਰੀਰ ਨੂੰ ਗੌਣ ਆਤਮਾ ਗ੍ਰੰਥਾਂ ਵਿੱਚ ਲਿਖਿਆ ਹੋਇਆ, ਸਰੀਰ ਗੌਣ ਆਤਮਾ ਹੈ। ਮੁੱਖ ਆਤਮਾ ਤੇ ਵਾਹਿਗੁਰੂ ਦੀ ਜੋਤ ਹੈ ਨਾ, ਉਹਦੀ ਅੰਸ਼ ਹੈ। ਤੇ ਜਿਹੜੇ ਲੋਕ ਆਤਮ ਰਤਨ ਦੇਹ ਅਧਿਆਸ ਦੇ ਵਿੱਚ ਦੇਹ ਪ੍ਰਾਇਣ ਰਹਿੰਦੇ ਨੇ ਤੇ ਸੰਸਾਰ ਦੇ ਮੋਹ ਵਿੱਚ ਗ੍ਰਸੇ ਹੋਏ ਨੇ, ਇਹੋ ਜਿਹੇ ਜਿਹੜੇ ਲੋਕ ਨੇ, ਚਾਹੇ ਬ੍ਰਾਹਮਣ ਨੇ ਚਾਹੇ ਹੋਰ ਨੇ, ਉਹਨਾਂ ਦਾ ਸੰਸਾਰ ਦੇ ਵਿੱਚ ਜਨਮ ਨਿਸਫਲ ਹੋ ਜਾਂਦਾ ਹੈ। ਪਰ ਦਰਬ ਹਿਰਣੰ ਬਹੁ ਬਿਗਨ ਕਰਣੰ ਉਚਰਣੰ ਸਰਬ ਜੀ ਕਹੈ। ਲੋਕ ਗਰੀਬਨ ਵਾਏ ਸਤਿਗੁਰੂ ਜੀ ਜਿਹੜੇ ਪਖੰਡੀ ਬ੍ਰਾਹਮਣ ਨੇ, ਉਹਨਾਂ ਦੀ ਹਾਲਤ ਬਿਆਨ ਕਰਦੇ ਹਨ। ਪਰ ਦਰਬ ਹਿਰਣੰ, ਉਹ ਕਈ ਤਰੀਕੇ ਬਹਾਨੇ ਬਣਾ ਬਣਾ ਕੇ ਪਰਾਏ ਧਨ ਨੂੰ ਚਰਾਉਂਦੇ ਨੇ। ਕਿਵੇਂ ਕਿਵੇਂ ਚਰਾਉਂਦੇ ਨੇ, ਇੱਕ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ। ਕੋਈ ਬ੍ਰਾਹਮਣ ਸੀ, ਸਿਆਲ ਦੀ ਰੁੱਤ ਆ ਗਈ, ਸਰਦੀ ਦੀ ਰੁੱਤ ਸ਼ੁਰੂ ਹੋਣ ਵਾਲੀ ਸੀ, ਤੇ ਉਹਦੇ ਘਰ ਵਾਲੀ ਕਹਿੰਦੀ ਆਪਣੇ ਘਰੇ ਰਜਾਈਆਂ ਭਰਾਉਣ ਵਾਲੀਆਂ ਨੇ, ਉਹਨਾਂ ਲਈ ਰੂੰ ਚਾਹੀਦੀ ਹੈ, ਕਪਾਹ ਚਾਹੀਦੀ ਹੈ। ਤੇ ਉਹ ਬ੍ਰਾਹਮਣ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਇਹਦਾ ਪ੍ਰਬੰਧ ਕਰਦਾ। ਕਿਸੇ ਚੰਗੇ ਜ਼ਿਮੀਂਦਾਰ ਦਾ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ, ਉਹਨਾਂ ਦੇ ਘਰੇ ਬ੍ਰਾਹਮਣ ਚਲਿਆ ਗਿਆ ਤੇ ਉਹਨਾਂ ਨੂੰ ਜਾ ਕੇ ਕਹਿਣ ਲੱਗਾ ਵੀ ਤੁਸੀਂ ਲੜਕੀ ਦਾ ਵਿਆਹ ਕਰਨਾ ਚਾਹੁੰਦੇ ਹੋ, ਪਰ ਤੁਹਾਡੇ ਤੇ ਕਪਾਹੂ ਦੇਵਤਾ ਨਾਰਾਜ਼ ਹੋ ਗਿਆ। ਉਹ ਕਹਿੰਦੇ ਕਪਾਹੂ ਦੇਵਤਾ ਕਿਹੜਾ ਹੁੰਦਾ ਹੈ? ਉਹ ਕਹਿੰਦਾ ਉਹ ਮੈਂ ਫਿਰ ਬਾਅਦ ਵਿੱਚ ਦੱਸੂਗਾ, ਤੁਸੀਂ ਇਹ ਦੱਸੋ ਤੁਸੀਂ ਕਪਾਹ ਬੀਜੀ ਹੈ? ਕਹਿੰਦੇ ਹਾਂ ਬੀਜੀ ਹੋਈ ਹੈ। ਫਿਰ ਉਹ ਕਪਾਹ ਇੱਥੇ ਲਿਆਓ, ਤੇ ਜਦੋਂ ਵਿਆਹ ਦੀ ਬੇਦੀ ਰਚੀ ਜਾਵੇਗੀ, ਅੱਗ ਵਿੱਚ ਹਵਨ ਕਰਾਂਗੇ, ਤੇ ਉਸ ਵੇਲੇ ਤੁਹਾਨੂੰ ਉਹ ਕਪਾਹ ਦਾਨ ਕਰਨੀ ਪਵੇਗੀ। ਉਹਨੇ ਜਿੰਨੀ ਕਪਾਹ ਘਰ ਦੀ ਪੈਦਾ ਹੋਈ ਸੀ ਸਾਰੀ ਉੱਥੇ ਬਾਹਰ ਕਢਵਾ ਕੇ ਢੇਰ ਲਵਾ ਲਿਆ। ਉੱਧਰੋਂ ਬਰਾਤ ਆ ਗਈ। ਹੁਣ ਉਹਨਾਂ ਦਾ ਵੀ ਬ੍ਰਾਹਮਣ ਸੀ। ਹੁਣ ਬ੍ਰਾਹਮਣਾਂ ਨੇ ਆਪਣੀ ਭਾਸ਼ਾ ਵਿੱਚ ਗੱਲ ਕੀਤੀ। ਉਹ ਬ੍ਰਾਹਮਣ ਜਿਹੜਾ ਲੜਕੇ ਵਾਲਿਆਂ ਵੱਲੋਂ ਆਇਆ ਸੀ, ਉਹ ਕਹਿਣ ਲੱਗਾ ਅਸਚਰਜ ਵਿਆਹੰ ਚੌਤਰਫ ਕਪਾਹੰ। ਬੜੀ ਹੈਰਾਨੀ ਦੀ ਗੱਲ ਹੈ, ਚਾਰੇ ਪਾਸੇ ਕਪਾਹ ਦੇ ਢੇਰ ਲੱਗੇ ਨੇ, ਕਿਹੋ ਜਿਹਾ ਵਿਆਹ ਹੈ? ਅੱਗੋਂ ਦੂਸਰੇ ਨੇ ਜਵਾਬ ਦਿੱਤਾ, ਉਹ ਕਹਿੰਦਾ ਚੁੱਪ ਗੁੜੁਪੰ ਮੁਗਦੰ ਲੁੱਟੰ ਅਰਧੋ ਅਰਧ ਸੁਆਹਾਂ। ਇਹ ਬ੍ਰਾਹਮਣਾਂ ਦੇ ਕੰਮ ਸਨ। ਉਸ ਸਾਧਾਰਨ ਜ਼ਿਮੀਂਦਾਰ ਦੀ ਸਾਰੀ ਕਪਾਹ ਕਢਵਾ ਲਈ, ਤੇ ਫਿਰ ਦੋਵੇਂ ਬ੍ਰਾਹਮਣ ਰਲ ਗਏ, ਕਹਿੰਦੇ ਅੱਧੋ ਅੱਧ ਹਿੱਸਾ ਆਪਾਂ ਕਰ ਲਵਾਂਗੇ, ਰੌਲਾ ਨਾ ਪਾਵੇਂ। ਇਉਂ ਪਰ ਦਰਬ ਹਿਰਨ, ਬੜੇ ਝੂਠੇ ਟੰਗ ਬਣਾ ਬਣਾ ਕੇ ਪਰਾਏ ਧਨ ਨੂੰ ਚਰਾਉਂਦੇ ਨੇ। ਬਹੁ ਬਿਗਨ ਕਰਨ, ਜਾਦੂ ਟੂਣੇ ਕਰ ਕਰਕੇ ਬਹੁਤੇ ਲੋਕਾਂ ਦੇ ਕੰਮਾਂ ਦੇ ਵਿੱਚ ਵਿਘਨ ਪਾਉਂਦੇ ਨੇ। ਅੱਜ ਕੱਲ੍ਹ ਇਹ ਵੀ ਚੱਲਦਾ ਨਾ, ਜਾਦੂ ਟੂਣਿਆਂ ਦਾ ਵੀ ਰਿਵਾਜ ਹੈ। ਕਿਸੇ ਦੇ ਕੰਮ ਦੇ ਵਿੱਚ ਰੁਕਾਵਟਾਂ ਖੜੀਆਂ ਕਰਨੀਆਂ, ਕੋਈ ਮੰਤਰ ਜੰਤਰ ਤਬੀਤ ਕਰਨੇ, ਇਹ ਵੀ ਕੁਝ ਚੱਲਦਾ। ਇਹ ਵੀ ਜ਼ਿਆਦਾ ਬ੍ਰਾਹਮਣ ਲੋਕ ਹੀ ਕਰਦੇ ਨੇ। ਉਚਰਨੰ ਸਰਬਜੀਕ ਹੈ, ਤੇ ਫਿਰ ਸਾਰੇ ਜੀਵਾਂ ਨੂੰ ਕਹਿੰਦੇ ਨੇ ਮਾਇਆ ਝੂਠੀ ਹੈ, ਸੰਸਾਰ ਝੂਠਾ ਹੈ, ਇਹਦੇ ਨਾਲ ਮੋਹ ਨਾ ਕਰੋ। ਦੂਜਿਆਂ ਨੂੰ ਇਹ ਕਹਿੰਦੇ ਨੇ, ਤੇ ਆਪ ਕਈ ਤਰ੍ਹਾਂ ਦੇ ਬਹਾਨੇ ਬਣਾ ਬਣਾ ਕੇ ਪਰਾਇਆ ਧਨ ਚਰਾਉਂਦੇ ਨੇ, ਤੇ ਬਣਦੇ ਕੰਮਾਂ ਦੇ ਵਿੱਚ ਵਿਘਨ ਪਾਉਂਦੇ ਹਨ। ਲੋ ਲੀ ਤ੍ਰਿਸ਼ਨਾ ਅਤਿਪਤ ਮਨ ਮਾਏ, ਕਰਮ ਕਾਰਤ ਸਾ ਸੂਕਰ ਹੈ। ਲੋ ਗਰੀਬਨ ਵਾਲੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਐਸੇ ਬ੍ਰਾਹਮਣ ਲੋਕ ਨੇ ਲਾਲਚੀ, ਲੋ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ, ਬਈ ਉਹਨਾਂ ਦਾ ਜਿਹੜਾ ਮਨ ਹੈ ਨਾ, ਮਾਏ ਦਾ ਅਰਥ ਹੈ ਮਾਇਆ ਕਰਕੇ ਆਤਿਪਤ ਅਤ੍ਰਿਪਤੀ ਰਹਿੰਦਾ ਹੈ, ਕਦੇ ਮਨ ਰੱਜਦਾ ਨਹੀਂ ਹੈ। ਸਹਿਸ ਖਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ।
तृष्णा विरले ही की बुझी है। कोट जोरे लाख करोरे मन ना हो रे, परै परै ही को लुझी है। ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਰ। ਮਨੁੱਖ ਨੂੰ ਜਿੰਨੀ ਮਰਜੀ ਮਾਇਆ ਮਿਲ ਜਾਵੇ ਕਦੀ ਮਨ ਰਜਦਾ ਨਹੀਂ ਹੈ। ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ। ਲਓ ਜਦੋਂ ਬ੍ਰਾਹਮਣ ਰਲ ਜਾਂਦੇ ਨੇ ਨਾ, ਕਹਿੰਦੇ ਆਹ ਤੇਰਾ ਹਿੱਸਾ, ਆਹ ਤੁਹਾਡਾ ਹਿੱਸਾ, ਤੁਸੀਂ ਲਓ। ਲਈ ਆਹ ਮੇਰਾ ਹਿੱਸਾ ਸੀ, ਮੈਂ ਰੱਖ ਲਿਆ। ਤੇਰਾ ਹਿੱਸਾ ਤੈਨੂੰ ਦੇ ਦਿੱਤਾ, ਮੇਰਾ ਹਿੱਸਾ ਮੈਨੂੰ ਮਿਲ ਗਿਆ। ਇਉਂ ਲਓ 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 ਲਈ ਦੀ ਉਹਨਾਂ ਦੇ ਅੰਦਰ ਇੱਛਾ ਬਣੀ ਰਹਿੰਦੀ ਹੈ ਅਤੇ ਤ੍ਰਿਸ਼ਨਾ ਬਣੀ ਰਹਿੰਦੀ ਹੈ। ਇੰਨਾ ਹਿੱਸਾ ਤੇਰਾ, ਇੰਨਾ ਮੇਰਾ, ਬਸ ਲਓ ਲਈ ਦੀ ਉਹਨਾਂ ਨੂੰ ਲੱਲ ਲੱਗੀ ਰਹਿੰਦੀ ਹੈ ਅਤੇ ਉਹਨਾਂ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਿੱਚ ਇੰਨਾ ਪ੍ਰਭਾਵਿਤ ਹੁੰਦਾ ਹੈ, ਕਦੀ ਮਨ ਰਜਦਾ ਹੀ ਨਹੀਂ ਹੈ। ਕਰਮ ਕਰਤ ਸਾ ਸੂਕਰੈ। ਫਿਰ ਉਹ ਕੰਮ ਇਹੋ ਜਿਹੇ ਕਰਦੇ ਨੇ, ਸਾ ਸੂਕਰੈ, ਸੂਰਾਂ ਵਾਲੇ ਕੰਮ ਕਰਦੇ ਨੇ। ਇਹ ਬ੍ਰਾਹਮਣਾਂ ਦੀ ਗੱਲ ਹੀ ਹੈ। ਸੂਰਾਂ ਵਾਲੇ ਕੰਮ ਕਿਹੜੇ ਨੇ? ਇਹਦੇ ਬਾਰੇ ਇੱਕ ਪ੍ਰਾਚੀਨ ਧਰਮ ਗ੍ਰੰਥਾਂ ਦਾ ਉਲੇਖ ਹੁੰਦਾ। ਧੂਮਰ ਪਾਨੰ ਰਤੰ ਵਿਪਰੰ ਦਾਨੰ ਦਿਦੰਤੀ ਜੀ ਨਰਹਿ ਦਾਤਾ ਰੌਰਵੇ ਜਾਤੰ ਬ੍ਰਾਹਮਣ ਗ੍ਰਾਮ ਸਾ ਸੂਕਰੈ। ਇਹ ਹੁਣ ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ, ਅਸੀਂ ਨਹੀਂ ਆਪਦੇ ਕੋਲੋਂ ਕੋਈ ਗੱਲ ਕਹਿ ਰਹੇ। ਉਹ ਕੀ ਲਿਖਿਆ ਹੋਇਆ? ਧੂਮਰ ਪਾਨੰ ਰਤੰ ਵਿਪਰੰ। ਜਿਹੜਾ ਬ੍ਰਾਹਮਣ ਹੋ ਕੇ ਤਮਾਕੂ ਦੀ ਵਰਤੋਂ ਕਰਦਾ। ਧੂਮਰਪਾਨ ਕਿਹਨੂੰ ਕਹਿੰਦੇ ਪਤਾ ਹੀ ਆਪਾਂ ਨੂੰ? ਬੀੜੀਆਂ, ਸਿਗਰਟਾਂ, ਹੁੱਕਾ, ਤਮਾਕੂ ਆਦਿਕ ਦੀ ਵਰਤੋਂ ਕਰਦਾ, ਧੂਮਰਪਾਨ ਕਰਦਾ। ਧੂਮਰਪਾਨੰ ਰਤੰ ਵਿਪਰੰ ਦਾਨੰ ਦਿਦੰਤੀ ਜੇ ਨਰ। ਜਿਹੜਾ ਆਦਮੀ ਤਮਾਕੂ ਪੀਣ ਵਾਲੇ ਬ੍ਰਾਹਮਣ ਨੂੰ ਦਾਨ ਕਰਦਾ, ਦਾਤਾ ਰੌਰਵੇ ਜਾਤੀਆਂ। ਜਿਹੜਾ ਦੇਣ ਵਾਲਾ ਦਾਤਾ ਰੌਰਵ ਨਰਕ ਦੇ ਵਿੱਚ ਜਾਂਦਾ। ਅਤੇ ਨਾਲ ਬ੍ਰਾਹਮਣ ਗ੍ਰਾਮ ਸਾ ਸੂਕਰੈ, ਅਤੇ ਬ੍ਰਾਹਮਣ ਸੂਰ ਬਣ ਕੇ ਗੰਦਗੀ ਖਾਂਦਾ। ਫਿਰ ਇਉਂ ਜਿਹੜੇ ਸੂਰਾਂ ਵਾਲੇ ਉਹ ਕੰਮ ਕਰਦਾ ਹੈ ਅਤੇ ਉਹਦੇ ਨਾਲ ਫਿਰ ਉਹਨੂੰ ਸੂਰ ਦੀ ਹੀ ਜੂਨੀ ਪ੍ਰਾਪਤ ਹੁੰਦੀ ਹੈ। ਜਿਵੇਂ ਭਗਤ ਤਰਲੋਚਨ ਜੀ ਨੇ ਆਖਿਆ ਵੀ ਸੂਰ ਦੀ ਜੂਨੀ ਕਿਹਨਾਂ ਨੂੰ ਮਿਲਦੀ ਹੈ? ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵਲ ਵਲ ਅਵਤਰੈ। ਜਿਨ੍ਹਾਂ ਦੀ ਵੀ ਅਸੀਂ ਬਹੁਤੇ ਬੱਚੇ ਪੈਦਾ ਕਰਨੇ ਨੇ, ਪੁੱਤਰਾਂ ਦੀ, ਬੱਚਿਆਂ ਦੀ ਇੱਛਾ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ ਅਤੇ ਉਹ ਵੀ ਭਾਈ ਸੂਰ ਬਣਦੇ ਨੇ। ਸੂਰ ਸੂਰੀਆਂ ਦੇ ਬੱਚੇ ਬਹੁ ਗਿਣਤੀ ਵਿੱਚ ਇਕੱਠੀ ਪੈਦਾ ਹੋ ਜਾਂਦੇ ਨੇ। ਇਉਂ ਜਿਹੜੇ ਇਹੋ ਜਿਹੇ ਤ੍ਰਿਸ਼ਨਾਲੂ ਅਤੇ ਜਿਹੜੇ ਲੋਕਾਂ ਨੂੰ ਠੱਗਣ ਵਾਲੇ ਪਖੰਡੀ ਲੋਕ ਨੇ, ਬਹੁ ਪ੍ਰਪੰਚ ਕਰ ਪਰ ਤਨ ਲਿਆਵੈ ਸੁੱਤ ਦਾਰਾ ਪੈ ਆਣ ਲੁਟਾਵੈ। ਅਤੇ ਉਹਨਾਂ ਨੂੰ ਭਾਈ ਸੂਰਾਂ ਵਾਲੀ ਜੂਨ ਪ੍ਰਾਪਤ ਹੁੰਦੀ ਆ। ਕੰਮ ਵੀ ਸੂਰਾਂ ਵਾਲੇ ਕਰਦੇ ਨੇ ਅਤੇ ਉਹਨਾਂ ਨੂੰ ਜੂਨ ਵੀ ਸੂਰਾਂ ਵਰਗੀ ਮਿਲ ਜਾਂਦੀ ਹੈ। ਮਤੇ ਸਮੇਵ ਚਰਣੰ ਉਦਰਣੰ ਭੈ ਦੁੱਤ ਰਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹੁਣ ਜਿਹੜੇ ਅਸਲੀ ਬ੍ਰਾਹਮਣ ਨੇ, ਉੱਚੇ ਸੁੱਚੇ ਜੀਵਨ ਵਾਲੇ, ਉਹਨਾਂ ਦੀ ਅਵਸਥਾ ਕੀ ਹੁੰਦੀ ਹੈ? ਮਤੇ ਸਮੇਵ ਚਰਨ। ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਮਤੇ ਦਾ ਅਰਥ ਹੈ ਮਸਤ ਹੋਏ ਰਹਿੰਦੇ ਨੇ। ਉਹ ਪ੍ਰਭੂ ਦੇ ਚਰਨਾਂ ਦੇ ਪ੍ਰੇਮ ਦੇ ਵਿੱਚ ਮਗਨ ਹੋਏ ਰਹਿੰਦੇ ਨੇ ਅਤੇ ਸਮੇਵ, ਅਤੇ ਉਹਨਾਂ ਦਾ ਮਨ ਉੱਥੇ ਹੀ ਜੁੜਿਆ ਰਹਿੰਦਾ। ਉਹ ਵਾਹਿਗੁਰੂ ਦੇ ਚਰਨਾਂ ਦੇ ਪ੍ਰੇਮ ਦੇ ਵਿੱਚ ਮਸਤ ਹੋ ਕੇ ਉਹਦੇ ਚਰਨਾਂ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਨੇ। ਉਦਰਣੰ ਭੈ ਦੁੱਤਰੈ। ਜਿਹੜੇ ਐਸੇ ਬ੍ਰਾਹਮਣ ਨੇ, ਐਸੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਬੰਦੇ ਨੇ, ਉਦਰਣੰ ਭੈ ਦੁੱਤਰੈ। ਜਿਹੜਾ ਭੈ ਦਾ ਇੱਕ ਡਰਾਉਣਾ, ਅਤੇ ਦੁੱਤਰੈ ਦਾ ਅਰਥ ਜਿਸ ਨੂੰ ਤਰਨਾ ਔਖਾ। ਉਹ ਕੀ ਹੈ? ਸੰਸਾਰ ਸਮੁੰਦਰ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਪੇਟਲਾ। ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਦੋ ਚੀਜ਼ਾਂ ਨੇ, ਇੱਕ ਅੱਗ ਹੈ ਅਤੇ ਦੂਸਰਾ ਪਾਣੀ। ਇਸ ਅੱਗ ਅਤੇ ਪਾਣੀ ਦੇ ਸਮੁੰਦਰ ਤੋਂ ਜਿਸ ਨੂੰ ਤਰਨਾ ਬਹੁਤ ਔਖਾ ਹੈ ਅਤੇ ਬੜਾ ਡਰਾਉਣਾ ਵੀ ਹੈ। ਉਦਰਣੰ, ਉਹ ਇਸ ਤੋਂ ਪਾਈ ਪਾਰ ਲੰਘ ਜਾਂਦੇ ਹਨ। ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸਿਆ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਅਨੇਕ ਪਾਤਕ ਹਰਣੰ। ਅਤੇ ਜਿਹੜੇ ਐਸੇ ਨਾਮ ਦੇ ਰਸੀਏ ਨੇ, ਉਹ ਨਾਮ ਦੇ ਨਾਲ ਅਨੇਕਾਂ ਪਾਪਾਂ ਨੂੰ ਵੀ ਹਰਣੰ ਨਾਸ ਕਰ ਲੈਂਦੇ ਨੇ। ਨਾਨਕ ਸਾਧ ਸੰਗਮ,
ਐਸੇ ਗੁਰਮੁਖਾਂ ਦੀ ਭਾਈ ਸਾਨੂੰ ਸੰਗਤ ਕਰਨੀ ਚਾਹੀਦੀ ਹੈ। ਤੇ ਜਿਹੜਾ ਐਸੇ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਜਿਹੜੇ ਆਪ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਦੂਜਿਆਂ ਨੂੰ ਜੋੜਦੇ ਨੇ, ਤੇ ਉਹਨਾਂ ਦੀ ਸੰਗਤ ਵਿੱਚ ਆਓ। ਅਨੇਕ ਪਾਤਕ ਹਰਨ, ਉਹ ਅਨੇਕਾਂ ਪਾਪੀਆਂ ਦੇ ਪਾਪ ਵੀ ਨਾਸ਼ ਕਰ ਦਿੰਦੇ ਨੇ। ਮਹਾਂਪੁਰਖਾਂ ਦੀ ਸੰਗਤ ਵਿੱਚ ਵੀ ਇਹ ਐਸੀ ਖੇਡ ਵਰਤ ਜਾਂਦੀ ਹੈ, ਜਿਹੜੇ ਪਾਪੀ, ਵਿਕਾਰੀ, ਐਬੀ, ਵੈਲੀ, ਸ਼ਰਾਬੀ, ਕਬਾਬੀ ਬੰਦੇ ਉਹਨਾਂ ਦੀ ਸੰਗਤ ਵਿੱਚ ਆ ਜਾਂਦੇ ਨੇ, ਤੇ ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ, ਉਹਨਾਂ ਦੇ ਵੀ ਅਨੇਕਾਂ ਪਾਪ ਨਾਸ਼ ਹੋ ਜਾਂਦੇ ਨੇ। ਇਸ ਲਈ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੀਰਲੇ ਇਹਨਾਂ ਸ਼ਲੋਕਾਂ ਦੇ ਵਿੱਚ ਇਸ ਗੱਲ ਦਾ ਨਿਰਣਾ ਕਰ ਦਿੱਤਾ, ਜਾਤ ਕਰਕੇ ਕੋਈ ਉੱਚਾ ਨਹੀਂ ਹੋ ਸਕਦਾ। ਬ੍ਰਾਹਮਣ ਸੰਗ ਉਦਰਣ ਬ੍ਰਹਮ ਕਰਮ ਜੇ ਪੂਰਨ ਹੈ। ਬ੍ਰਾਹਮਣ ਜਿਹੜਾ ਬ੍ਰਹਮ ਕਰਮ ਦੇ ਵਿੱਚ ਸੰਪੂਰਨ ਹੋਵੇ, ਸੇਵਾ ਸਿਮਰਨ ਭਗਤੀ ਵਿੱਚ ਸੰਪੰਨ ਹੋਵੇ, ਉਹ ਬ੍ਰਾਹਮਣ ਅੱਛਾ ਹੁੰਦਾ ਹੈ। ਉਹ ਕੋਈ ਵੀ ਹੋ ਸਕਦਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਤੇ ਜਿਹੜਾ ਭਾਈ ਪਖੰਡ ਕਰਕੇ, ਝੂਠ ਬੋਲ ਕੇ, ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਲੋਕਾਂ ਨੂੰ ਲੁੱਟਦਾ ਫਿਰਦਾ ਹੈ, ਤੇ ਲੋਕਾਂ ਦੇ ਕੰਮਾਂ ਦੇ ਵਿੱਚ ਵਿਘਨ ਪਾਉਂਦਾ ਹੈ, ਤੇ ਫਿਰ ਕਹਿੰਦਾ ਮੈਂ ਉਹਨਾਂ ਦੇ ਉਪਾਅ ਕਰਾਂਗਾ। ਇਸ ਢੰਗ ਦੇ ਨਾਲ ਲੋਕਾਂ ਕੋਲੋਂ ਮਾਇਆ ਵਟੋਰਦਾ ਹੈ। ਤੇ ਇਹੋ ਜਿਹੇ ਬ੍ਰਾਹਮਣ ਨੂੰ ਤਾਂ ਗੁਰੂ ਮਹਾਰਾਜ ਕਹਿੰਦੇ ਉਹ ਤੇ ਸੂਰ ਬਣਦਾ, ਉਹਦੇ ਕੰਮ ਹੀ ਸੂਰਾਂ ਵਾਲੇ ਨੇ। ਹਾਂ, ਜਿਹੜਾ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਿਆ ਹੋਇਆ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੀਨ ਹੋਇਆ ਰਹਿੰਦਾ, ਉਹ ਆਪ ਵੀ ਤਰ ਜਾਂਦਾ ਹੈ ਤੇ ਦੂਜਿਆਂ ਨੂੰ ਵੀ ਤਾਰ ਦਿੰਦਾ ਹੈ। ਨਾ ਸੰਸ਼ਯ ਹੈ, ਇਹਦੇ ਵਿੱਚ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਨਹੀਂ ਹੈ। ਜਿਵੇਂ ਜਹਾਜ਼ ਹੁੰਦਾ ਹੈ ਨਾ, ਉਹ ਆਪ ਵੀ ਤਰ ਜਾਂਦਾ, ਦੂਜਿਆਂ ਨੂੰ ਵੀ ਤਾਰ ਦਿੰਦਾ। ਮਹਾਂਪੁਰਖਾਂ ਦਾ ਜੀਵਨ, ਗੁਰਮੁਖਾਂ ਦਾ ਜੀਵਨ ਜਹਾਜ਼ ਵਰਗਾ ਹੁੰਦਾ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਤੇ ਜਦੋਂ ਉਹਨਾਂ ਮਹਾਂਪੁਰਖਾਂ ਦੀ ਕੋਈ ਸੰਗਤ ਕਰਦਾ ਹੈ, ਤੇ ਫਿਰ ਅਨੇਕ ਪਾਤਕ ਹਰਨ ਉਹਦੇ ਅਨੇਕਾਂ ਪਾਪਾਂ ਨੂੰ ਨਾਸ਼ ਕਰ ਦਿੰਦੇ ਨੇ। ਤੇ ਉਹਨਾਂ ਦੀ ਸੰਗਤ ਵਿੱਚ ਆਉਣ ਦੇ ਨਾਲ ਜੀਵ ਦਾ ਪਾਰੋ ਤਾਰਾ ਹੋ ਜਾਂਦਾ ਹੈ। ਨਾ ਸੰਸ਼ਯ ਹੈ, ਇਹਦੇ ਵਿੱਚ ਕੋਈ ਸੰਸ਼ਯ ਭਰਮ ਵਾਲੀ ਕੋਈ ਗੱਲ ਨਹੀਂ ਹੈ। ਇਹ ਹੈ ਸ਼ਲੋਕ ਸਹਿਸਕ੍ਰਿਤੀ ਮਹੱਲਾ 5 ਦੀ ਕਥਾ। ਅੱਜ ਗੁਰੂ ਦੀ ਕਿਰਪਾ ਦੁਆਰਾ ਇਹ ਕਥਾ ਸੰਪੂਰਨ ਹੋਈ ਹੈ। ਸਤਿਗੁਰੂ ਮਿਹਰ ਕਰਨ। ਇਸ ਕਥਾ ਦਾ ਮਹਾਤਮ ਇਹ ਹੈ, ਜਦੋਂ ਅਸੀਂ ਗੁਰਬਾਣੀ ਦੀ ਕਥਾ ਨੂੰ ਧਿਆਨ ਦੇ ਨਾਲ ਸੁਣਦੇ ਹਾਂ, ਫਿਰ ਇਹ ਸਾਡੇ ਵਹਿਮਾਂ ਭਰਮਾਂ ਨੂੰ ਵੀ ਦੂਰ ਕਰਦੀ ਹੈ, ਤੇ ਇਹਦੇ ਨਾਲ ਨਾਲ ਵਿਛੜੀ ਆਤਮਾ ਨੂੰ ਆਤਮਕ ਸ਼ਾਂਤੀ ਵੀ ਮਿਲਦੀ ਹੈ। ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਪ੍ਰਾਪਤ ਹੁੰਦਾ। ਇਹ ਬਾਣੀ ਦੀ ਕਥਾ ਦਾ ਮਹਾਤਮ ਹੈ। ਨਾ ਸੰਸ਼ਯ, ਇਹਦੇ ਵਿੱਚ ਸੰਸ਼ਾ ਨਾ ਕਰੋ, ਕਿਉਂਕਿ ਬਾਣੀ ਧੁਰ ਕੀ ਬਾਣੀ ਹੈ। ਜਦੋਂ ਅਸੀਂ ਬਾਣੀ ਨਾਲ ਜੁੜਦੇ ਹਾਂ, ਸਾਡੇ ਮਨ ਨੂੰ ਟਾਰਸ ਮਿਲਦੀ ਹੈ, ਸਾਡੇ ਮਨ ਨੂੰ ਹੌਸਲਾ ਪ੍ਰਾਪਤ ਹੁੰਦਾ, ਤੇ ਮਰਨ ਵਾਲੇ ਦੀ ਆਤਮਾ ਨੂੰ ਆਤਮਕ ਸ਼ਾਂਤੀ ਮਿਲਦੀ ਹੈ। ਸਤਿਗੁਰੂ ਮਿਹਰ ਕਰਨ। ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਦੇਣ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਮਤੇ ਸਮੇਵ ਚਰਣੰ ਉਦਰਣੰ ਭੈ ਦੁੱਤ ਰਹੈ। ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸ਼ਯ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।